काल काल जानी कि समा ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਬਿਕੋਜ਼ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਲਿਖਣਾ ਇੰਗਲਿਸ਼ ਦੇ ਵਿੱਚ ਉਹਦੇ ਵਿੱਚ ਟੈਂਸਸ ਯੂਜ਼ ਹੁੰਦੇ ਕਿਉਂਕਿ ਉਹਦੇ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਅਸੀਂ ਕਿਸ ਟਾਈਮ ਦੀ ਗੱਲ ਕਰਦੇ ਪਏ ਹਾਂ ਰਾਈਟ। ਸਭ ਤੋਂ ਪਹਿਲਾਂ ਟਾਈਪਸ ਆਫ ਤਰੀਕੇ ਕਾਲ ਦੀਆਂ ਕਿਸਮਾਂ। ਕਿੰਨੀ ਤਰ੍ਹਾਂ ਦੇ ਟੈਂਸਸ ਹੁੰਦੇ? ਤਿੰਨ ਤਰ੍ਹਾਂ ਦੇ। ਪਹਿਲਾ ਪ੍ਰੈਜ਼ੈਂਟ ਟੈਂਸ ਯਾਨੀ ਕਿ ਵਰਤਮਾਨ ਜਿਹੜਾ ਕਿ ਅੱਜ ਆ। ਦੈਨ ਪਾਸਟ ਟੈਂਸ ਮਤਲਬ ਭੂਤਕਾਲ ਜੋ ਕਿ ਟਾਈਮ ਦਾ ਨਿਕਲ ਚੁੱਕਾ ਆ ਉਹ। ਦੈਨ ਫਿਊਚਰ ਟੈਂਸ ਯਾਨੀ ਕਿ ਭਵਿੱਖ ਕਾਲ ਜੋ ਕਿ ਆਉਣੇ ਵਾਲਾ ਟਾਈਮ ਆ। ਜਿਹੜਾ ਹੁਣ ਹਰ ਟੈਂਸ ਆ ਈਚ ਟੈਂਸ ਹੈਜ਼ ਫੋਰ ਇਹਦੇ ਵੀ ਅੱਗੇ ਹਰ ਟੈਂਸ ਦੀਆਂ ਚਾਰ ਕਿਸਮਾਂ ਹੁੰਦੀਆਂ ਆ ਲਾਈਕ ਪ੍ਰੈਜ਼ੈਂਟ ਟੈਂਸ ਦੀਆਂ ਚਾਰ, ਪਾਸਟ ਟੈਂਸ ਦੀਆਂ ਚਾਰ ਔਰ ਫਿਊਚਰ ਟੈਂਸ ਦੀਆਂ ਚਾਰ। ਫਸਟ indefinite, then continuous, then perfect and the last is perfect continuous। ठीक हो indefinite tense ਅੱਜ ਅਸੀਂ ਸਿਰਫ present indefinite tense ਕਰਨਾ that is ਇਹਦੀ ਪਹਿਚਾਣ ਕੀ ਹੈ। ਸਭ ਤੋਂ ਪਹਿਲਾਂ ਤਾਂ ਇਸ tense ਵਿੱਚ sentence ਦੇ ਅੰਤ ਵਿੱਚ ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ ਲੱਗਾ ਹੁੰਦਾ ਆ। ਜਦੋਂ ਸਾਡਾ sentence ਖਤਮ ਹੁੰਦਾ ਉਹਦੇ ਜਦੋਂ ਲਾਸਟ ਦੇ ਵਿੱਚ ਜਾਂ ਤਾਂ ਦਾ ਹੈ ਲੱਗਾ ਹੋਊਗਾ, ਮੁੰਡਾ ਹੋਊਗਾ ਤਾਂ ਦਾ ਹੈ, ਕੁੜੀ ਹੋਊਗੀ ਤਾਂ ਦੀ, ਜ਼ਿਆਦਾ ਮੁੰਡੇ ਹੋਣਗੇ ਤਾਂ ਔਰ ਜ਼ਿਆਦਾ ਕੁੜੀਆਂ ਹੋਣਗੀਆਂ ਤਾਂ ਦੀਆਂ ਹਨ ਲੱਗਾ ਹੋਊਗਾ ਉੱਥੇ। ਐਗਜ਼ਾਮਪਲ ਇਹਦੀ ਉਹ ਸਕੂਲ ਜਾਂਦਾ ਹੈ। ਵਨ ਥਿੰਗ ਇੰਡੈਫੀਨਿਟ ਦਾ ਮਤਲਬ ਹੁੰਦਾ ਕਿ ਜਿਸ ਚੀਜ਼ ਦੇ ਬਾਰੇ ਅਸੀਂ ਸ਼ੋਰ ਨਹੀਂ ਹੁੰਦੇ। ਠੀਕ ਮਤਲਬ ਜਿੱਦਾਂ ਇੱਥੇ ਐਗਜ਼ਾਮਪਲ ਆ ਕਿ ਉਹ ਸਕੂਲ ਜਾਂਦਾ ਹੈ ਇਟ ਮੀਨਸ ਕਿ ਉਹ ਸਕੂਲ ਜਾਂਦਾ ਤਾਂ ਹੈ, ਡੇਲੀ ਸਕੂਲ ਜਾਂਦਾ ਉਹ ਡੇਲੀ ਇਹ ਕੰਮ ਹੁੰਦਾ ਬਟ ਅੱਜ ਉਹ ਸਕੂਲ ਗਿਆ ਜਾਂ ਨਹੀਂ ਗਿਆ ਆਈ ਐਮ ਨੋਟ ਸ਼ੋਰ ਅਬਾਊਟ ਇਟ। ਠੀਕ ਹੈ ਉਹ ਰੋਟੀ ਖਾਂਦਾ ਹੈ ਜੇ ਮੈਂ ਕਹਾਂ ਤਾਂ ਉਹ ਰੋਟੀ ਤਾਂ ਖਾਂਦਾ ਹੀ ਹੈ ਬਟ ਮੈਂ ਇਹ ਨਹੀਂ ਕਹਿ ਸਕਦੀ ਕਿ ਉਹ ਹੁਣ ਖਾ ਰਿਹਾ ਰੋਟੀ, ਕਰਦਾ ਹੈ ਉਹ ਕੰਮ ਇਹ ਆਈ ਐਮ ਨੋਟ ਸ਼ੋਰ ਕਿ ਐਟ ਦਿਸ ਟਾਈਮ ਉਹ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ, ਉੱਦਾਂ ਉਹ ਰੈਗੂਲਰਲੀ ਉਹ ਕੰਮ ਕਰਦਾ ਆ। ਠੀਕ ਸੋ ਇਨਡੈਫੀਨਿਟ ਮੀਨ ਜਿਹੜੀ ਚੀਜ਼ ਦੇ ਬਾਰੇ ਅਸੀਂ ਪੂਰੀ ਤਰ੍ਹਾਂ ਸ਼ੋਰ ਨਹੀਂ ਹੁੰਦੇ, ਡੈਫੀਨਿਟ ਤੋਂ ਬਣਿਆ ਇਨਡੈਫੀਨਿਟ। ਡੈਫੀਨਿਟ ਮਤਲਬ ਜਦੋਂ ਅਸੀਂ ਕਿਸੇ ਚੀਜ਼ ਦੇ ਲਈ ਸ਼ੋਰ ਹੁੰਦੇ ਹਾਂ। ਅਫਰਮੇਟਿਵ ਸਭ ਤੋਂ ਪਹਿਲਾਂ ਅਫਰਮੇਟਿਵ ਮਤਲਬ ਜਿਹੜੇ ਪੋਜ਼ਿਟਿਵ ਸੈਂਟੈਂਸਿਸ ਹੁੰਦੇ ਆ ਉਹ ਵਾਕ ਜਿਹੜੇ ਹਾਂ ਵਾਚਕ ਹੁੰਦੇ ਹਨ ਉਹਨਾਂ ਨੂੰ ਅਫਰਮੇਟਿਵ ਸੈਂਟੈਂਸਿਸ ਕਹਿੰਦੇ ਹਨ। ਮਤਲਬ ਉਹੀ ਜਿਹੜੇ ਪੋਜ਼ਿਟਿਵ ਸੈਂਟੈਂਸਿਸ ਹੈ ਉਹਨਾਂ ਨੂੰ ਕਹਿੰਦੇ ਅਫਰਮੇਟਿਵ ਸੈਂਟੈਂਸਿਸ ਜਿਹਦੇ ਵਿੱਚ ਨਾ ਨੋਟ ਲੱਗਦਾ ਨਾ ਕੋਈ ਕੁਐਸਚਨ ਪੁੱਟ ਕੀਤਾ ਜਾਂਦਾ। these are called affirmative sentences। ਇਹਦੀ ਐਗਜ਼ਾਮਪਲ ਕਿਹੜੀ ਹੋ ਗਈ? ਉਹ ਸਕੂਲ ਜਾਂਦਾ ਹੈ। ਰੂਲ ਪਹਿਲਾਂ ਹੁਣ ਐਗਜ਼ਾਮਪਲ ਨੂੰ ਸੋਲਵ ਕਰਨ ਦੇ ਲਈ ਸੈਂਟੈਂਸ ਨੂੰ ਟਰਾਂਸਲੇਟ ਕਰਨ ਦੇ ਲਈ ਅਸੀਂ ਪਹਿਲਾਂ ਦੇਖਾਂਗੇ ਕਿ ਸਾਡਾ ਰੂਲ ਕੀ ਹੈ ਇਹਦੇ ਲਈ। ਸਭ ਤੋਂ ਪਹਿਲਾਂ ਲੱਗੇਗਾ ਸਾਡਾ ਸਬਜੈਕਟ ਔਰ ਦੈਨ ਆਫਟਰ ਦੈਟ ਵਰਬ ਦੀ ਫਰਸਟ ਫਾਰਮ। ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਲੱਗੇਗਾ ਐਂਡ ਲਾਸਟ ਵਿੱਚ ਸਾਡਾ ਲੱਗੇਗਾ ਆਬਜੈਕਟ। ਨੋਟ ਜਿਹੜਾ ਨੋਟ ਆ that is S or ES is used with singular subjects only। ਜਿਹੜਾ S or ES ਹੈ ਉਹ ਸਿਰਫ singular subject ਦੇ ਨਾਲ ਹੀ use ਹੋਊਗਾ, plural ਦੇ ਨਾਲ use ਨਹੀਂ ਹੋਊਗਾ, ਦੋਨੋਂ ਹੀ S ਵੀ ਔਰ ES ਵੀ। singular ਕਿਹੜੇ ਹੋਏ? he, she, it or any single name। ਠੀਕ ਹੈ ਜਦੋਂ ਤੁਸੀਂ ਇੱਕ ਜਾਣੇ ਦੀ ਗੱਲ ਕਰਦੇ ਹਾਂ that is singular subject and ਜਦੋਂ plural ਇਹ ਆ ਗਏ ਉਹ ਹੁੰਦੇ ਆ I, we, you, they, more than one name ਜਦੋਂ ਇੱਕ ਤੋਂ ਜ਼ਿਆਦਾ ਅਸੀਂ ਗੱਲ ਕਰਦੇ ਹਾਂ। ਐਗਜ਼ਾਮਪਲ ਇਹਦੀ ਉਹ ਸਕੂਲ ਜਾਂਦਾ ਹੈ he goes to school। ਸਭ ਤੋਂ ਪਹਿਲਾਂ he ਸਾਡਾ ਹੋ ਗਿਆ ਸਬਜੈਕਟ then ਆ ਗਿਆ goes, go ਸਾਡੀ verb ਵੀ ਉਹਦੇ ਨਾਲ ਲੱਗ ਗਿਆ es and to school is our object। he ਜਿਹੜਾ ਹੋ ਗਿਆ ਸਬਜੈਕਟ verb ਦੀ ਫਰਸਟ ਫਾਰਮ ਉਹਦੇ ਨਾਲ ਲੱਗ ਗਿਆ es
goes हो गया verb ਦੀ first form ਦੇ ਨਾਲ es ਲੱਗ ਗਿਆ and to school is object। as और es ਸਿਰਫ ਅਸੀਂ ਇਹ ਦੇਖ ਕੇ ਲਗਾਉਣਾ ਆ ਕਿ ਸਾਡਾ ਜਿਹੜਾ subject ਹੈ ਉਹ singular ਹੋਵੇ ਔਰ like ਜੇ ਦਿੱਤਾ ਹੋਵੇ work ਉੱਥੇ s ਲੱਗੇਗਾ, ਜੇ go ਆ ਤਾਂ ਉੱਥੇ es ਲੱਗ ਗਿਆ। ਇਹ ਦੇਖ ਕੇ ਲਗਾਉਣਾ, ਇਹ ਨਹੀਂ ਕਿ ਆਪਾਂ ਕਿਤੇ ਵੀ ਕੁਝ ਵੀ ਲਗਾ ਸਕਦੇ ਹਾਂ। एग्जाम्पल ਇਹ ਸਿੰਗੂਲਰ ਦੀ ਸੀ, ਪਲੂਰਲ ਦੀ ਕੁੜੀਆਂ ਸਕੂਲ ਜਾਂਦੀਆਂ ਹਨ। ਪਲੂਰਲ ਹੋ ਗਿਆ ਕੁੜੀਆਂ ਜ਼ਿਆਦਾ ਆ। ਗਰਲਸ ਗੋ ਟੂ ਸਕੂਲ, ਗਰਲਸ ਹੋ ਗਿਆ ਸਾਡਾ ਸਬਜੈਕਟ, ਗੋ ਹੋ ਗਿਆ ਵਰਬ ਦੀ ਫਰਸਟ ਫॉर्म ਐਂਡ ਟੂ ਸਕੂਲ ਇਜ਼ ਅਵਰ ऑब्जेक्ट। ਨਾਉ ਨੈਗੇਟਿਵ ਦੇ ਵਿੱਚ ਕਿੱਦਾਂ ਆ, ਉਹ ਵਾਕ ਜਿਹੜੇ ਨਾਂਵਵਾਚਕ ਹੁੰਦੇ ਹਨ, ਮਤਲਬ ਜਿੱਥੇ ਨੋਟ ਲੱਗਾ ਹੁੰਦਾ ਉਹਨਾਂ ਨੂੰ ਅਸੀਂ ਕਹਿੰਦੇ ਆ ਨੈਗੇਟਿਵ ਸੈਂਟੈਂਸਸ। ਵੀ ਐਗਜ਼ਾਮਪਲ ਉਹ ਸਕੂਲ ਨਹੀਂ ਜਾਂਦਾ ਹੈ, ਤੇ ਸੇਮ ਸੈਂਟੈਂਸ ਨੂੰ ਲੈ ਕੇ ਚੱਲ ਰਹੇ ਹਾਂ ਅੱਗੇ ਵੀ। ਉਹ ਸਕੂਲ ਨਹੀਂ ਜਾਂਦਾ ਮਤਲਬ ਕਿ ਨੈਗੇਟਿਵ ਦੇ ਵਿੱਚ ਹੋ ਗਿਆ। ਹੁਣ ਰੂਲ, ਇਹਦਾ ਰੂਲ ਕੀ, ਸਬਜੈਕਟ ਪਲੱਸ ਡੂ ਡਜ਼ plus not, then verb the first form, then object। note, do is used with plural subject, do ਆ ਉਹ ਸਾਡਾ plural subject ਦੇ ਨਾਲ use ਹੋਏਗਾ। and does is used with singular subject, does ਜਿਹੜਾ singular subject ਦੇ ਨਾਲ। ਹੁਣ ਜਦੋਂ ਅਸੀਂ ਕਰਦੇ ਪਏ ਸੀ ਅਫਰਮੇਟਿਵ ਸੈਂਟੈਂਸਸ ਕਰਦੇ ਸੀ, ਉਹਦੇ ਵਿੱਚ ਅਸੀਂ ਸਿੰਗੂਲਰ ਜਿਹੜਾ ਸੀਗਾ ਉਹਦੇ ਵਿੱਚ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਲਗਾ ਰਹੇ ਸੀ, ਹੈ ਨਾ। ਤੇ ਇੱਥੇ ਅਸੀਂ ਇਹ ਕਰਨਾ ਹੈ ਕਿ ਅਸੀਂ ਜਦੋਂ ਡੂ ਜਾਂ ਡਜ਼ ਲਗਾ ਦਿੱਤਾ ਉਦੋਂ ਸਾਡੀ ਜਿਹੜੀ ਐਸ ਔਰ ਈ ਐਸ ਆ ਉਹ ਵਰਬ ਦੀ ਫਾਰਮ ਨਾਲ ਨਹੀਂ ਲੱਗੇਗੀ, ਕਿਉਂਕਿ ਜਿਹੜਾ ਉਹੀ ਵਾਲਾ ਈ ਐਸ ਸੀਗਾ ਜਿਹੜਾ ਅਸੀਂ ਵਰਬ ਦੀ ਫਸਟ ਫਾਰਮ ਦੇ ਨਾਲ ਲਗਾਉਂਦੇ ਸੀ ਸਿੰਗੂਲਰਸ ਦੇ ਵਿੱਚ, ਉਹ ਸਾਡਾ ਡੂ ਦੇ ਨਾਲ ਪਹਿਲੇ ਹੀ ਆਲਰੇਡੀ ਆ ਚੁੱਕਾ। ਇਸ ਕਰਕੇ ਅਸੀਂ ਸਿਰਫ ਸਿੰਪਲ ਵਰਬ ਦੀ ਫਸਟ ਫਾਰਮ ਲਗਾਵਾਂਗੇ। एग्जाम्पल ਇਹਦੀ, ਉਹ ਸਕੂਲ ਨਹੀਂ ਜਾਂਦਾ ਹੈ, he does not go to school, he singular ਸੀ, subject ਹੋ ਗਿਆ, then does not ਆ ਗਿਆ, then verb ਦੀ first form and then ਸਾਡਾ object to school। ਕੁੜੀਆਂ ਸਕੂਲ ਨਹੀਂ ਜਾਂਦੀਆਂ ਹਨ, girls do not go to school, plural ਹੋ ਗਿਆ girls, then do ਆ ਗਿਆ, then not verb ਦੀ first form ਹੋ ਗਈ go and to school ਹੋ ਗਿਆ। now interrogative, ਇਹ ਜਿਹੜੇ ਕਿ ਪ੍ਰਸ਼ਨਵਾਚਕ ਸੈਂਟੈਂਸ ਹੁੰਦੇ, ਮਤਲਬ ਕਿ ਜਿਹਦੇ ਵਿੱਚ ਅਸੀਂ ਕੁਐਸਚਨ ਪੁੱਟ ਕਰਦੇ ਉਹਨਾਂ ਨੂੰ ਕਹਿੰਦੇ ਇੰਟਰੋਗੇਟਿਵ ਸੈਂਟੈਂਸਸ। ਰੂਲ, ਡੂ ਡਜ਼ ਪਲੱਸ ਸਬਜੈਕਟ ਦੈਨ ਵਰਬ ਦੀ ਫਰਸਟ ਫਾਰਮ ਐਂਡ ਆਬਜੈਕਟ। ਡੂ ਡਜ਼ ਸਾਡਾ ਇਹ ਆ ਗਿਆ ਫਰੰਟ ਦੇ ਵਿੱਚ, ਫਿਰ ਸਬਜੈਕਟ ਆਊਗਾ, ਦੈਨ ਵਰਬ ਦੀ ਫਰਸਟ ਫਾਰਮ ਐਂਡ ਆਫਟਰ ਦੈਟ ਆਬਜੈਕਟ। ਨੋਟ, same note, do is used with plural and does is used with singular subject। example, ਕਿ ਉਹ ਸਕੂਲ ਜਾਂਦਾ ਹੈ, does he go to school। and interrogatives ਦੇ ਵਿੱਚ ਲਾਸਟ ਵਿੱਚ ਸਾਈਨ ਆਫ ਇੰਟਰੋਗੇਸ਼ਨ ਪਾਉਣਾ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਉਹ ਗ੍ਰਾਮੈਟਿਕਲੀ ਸਾਡਾ ਸੈਂਟੈਂਸ ਜਿਹੜਾ ਆ ਉਹ ਗਲਤ ਹੋ ਜਾਂਦਾ, ਪੰਕਚੁਏਸ਼ਨ ਮਾਰਕਸ ਲਗਾਣੇ ਆ। ਕੀ ਕੁੜੀਆਂ ਸਕੂਲ ਜਾਂਦੀਆਂ ਹਨ, do the girls go to school। and the last is negative interrogative, ਮਤਲਬ ਜਿਹਦੇ ਵਿੱਚ ਅਸੀਂ ਨਾਂਵਵਾਚਕ ਕੁਐਸਚਨ ਪੁੱਛਦੇ ਹਾਂ ਕਿ ਕੀ ਤੂੰ ਇਹ ਕੰਮ ਨਹੀਂ ਕਰਦਾ, ਉਹ ਵਾਲੇ ਸੈਂਟੈਂਸਸ। ਠੀਕ, ਜਿਹਦੇ ਵਿੱਚ ਅਸੀਂ ਪ੍ਰਸ਼ਨ ਵੀ ਪੁੱਟ ਕਰਦੇ ਹਾਂ ਐਂਡ ਉਹ ਨੈਗੇਟਿਵ ਵੀ ਹੁੰਦੇ ਆ, ਉਹਨਾਂ ਨੂੰ ਕਹਿੰਦੇ ਨੈਗੇਟਿਵ ਇੰਟਰੋਗੇਟਿਵ ਸੈਂਟੈਂਸਸ। ਇਹਦਾ ਰੂਲ ਕੀ ਆ, ਪਹਿਲਾਂ ਡੂ ਡਜ਼ ਆਏਗਾ, ਦੈਨ ਸਬਜੈਕਟ, ਫਿਰ ਨੋਟ ਲੱਗ ਜਾਣਾ, ਡੂ ਡਜ਼ ਫਿਰ ਸਬਜੈਕਟ ਫਿਰ ਨੋਟ ਲੱਗਣਾ, ਦੈਨ ਵਰਬ ਦੀ ਫਰਸਟ ਫਾਰਮ ਐਂਡ ਦੈਨ ਲਾਸਟ ਦੇ ਵਿੱਚ ਆਬਜੈਕਟ or sign of interrogation। Note is the same, do is used with plural, is used with singulars,
एग्जाम्पल कि ਉਹ ਸਕੂਲ नहीं ਜਾਂਦਾ ਆ, कि ਉਹ ਸਕੂਲ नहीं ਜਾਂਦਾ है। does he not go to school, पहला does आ गया, then साडा subject the first form go and to school is object। कुड़ियां स्कूल नहीं ਜਾਂਦੀਆਂ ਹਨ, do the girls not go to school। ठीक, ਜਿਹੜੇ ਸਮਟਾਈਮਸ ਕੁਐਸਚਨ WH ਵਰਡਸ ਵਾਲੇ ਹੁੰਦੇ ਆ ਇੰਟਰੋਗੇਟਿਵ ਸੈਂਟੈਂਸਸ ਦੇ ਵਿੱਚ ਨਾ, ਲਾਈਕ ਤੁਸੀਂ ਕੀ ਕਰਦੇ ਹੋ, ਇੰਡੈਫੀਨਿਟ ਦੇ ਵਿੱਚ ਹੀ ਆ ਜਾਂਦੇ, ਸਿੰਪਲ ਪ੍ਰੈਜ਼ੈਂਟ ਦੇ ਵਿੱਚ। ਦੈਨ ਜਿਹੜਾ ਸਾਡਾ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਜਿਹੜਾ ਸਾਡਾ WH ਵਰਡ ਵਟ ਵਿੱਚ ਜੋ ਵੀ ਹੋਏਗਾ ਹੂ ਹੈ ਨਾ, ਐਂਡ ਉਹਦੇ ਨਾਲ ਸਾਡਾ ਲੱਗੂ ਜੋ ਹੈਲਪਿੰਗ ਵਰਬ ਹੈ ਦੈਟ ਇਜ਼ ਡੂ ਔਰ ਡਜ਼, ਐਂਡ ਲਾਸਟ ਵਿੱਚ ਸਾਡਾ अगर वर्ब या फिर हैव एंड देन ऑब्जेक्ट या फिर सीधा ही जो भी होएगा, जिद्दां कमा तुसी की करते हो, फिर उत्थे हैगा व्हाट डू यू डू। पहला आ गया साडा इंट्रोगेटिव दा, देन हैल्पिंग वर्ब, देन सब्जेक्ट एंड देन फिर जी वर्ब की फॉर्म आ गई फर्स्ट। ठीक, और जे होगा जे मैं कमा तुहाडी किताब नहीं ਉਹ ਘਰ ਕਦੋਂ ਆਉਂਦਾ ਹੈ, when does he come to home। ਪਹਿਲਾ ਸਾਡਾ ਆ ਜਾਏਗਾ WH word, then ਆਏਗਾ that is do or does, और ਉਸ ਤੋਂ ਬਾਅਦ subject ਤੋਂ ਬਾਅਦ verb ਦੀ first form and the last ਵਿੱਚ object। ਸਿਰਫ ਸਾਡਾ ਸਾਰਾ ਹੀ interrogative ਵਾਲਾ ਜਿਹੜਾ ਰੂਲ ਚੱਲੇਗਾ, ਬਸ ਅੱਗੇ ਜਿਹੜਾ WH word ਉਹਦੇ ਅੱਗੇ ਐਡ ਹੋ ਜਾਏਗਾ।